Hey ALS community, welcome back to the channel. In this video, I'm going to share with you method along with tips and tricks to solve list of heading type of questions. These are some of the steps that I will use to solve this question type. First is to read the paragraph, and after that I will look for the central idea of that paragraph, and after that I will check questions one by one, and which question will be not similar to the paragraph central idea, then I will eliminate that, and after that I will mark the correct answer. Guys, if you need any kind of help regarding IELTS, you can join our Telegram group or message us on our Instagram handle. The links will be in the about section of our channel. And also, there is a live reading class every day after 7 p.m. on our channel. You can join that, it is completely free. So the passage that we are going to use for today's video is the development of sanitation system, and the question type will be list of headings. So guys, the answer for A paragraph is already given, so we have to start from the paragraph number B. And first thing is to read the paragraph, and after that we have to look for the answers in the options that we have. So let's read the paragraph number B. So let's read the paragraph number B. Higher population densities require more complex sewer connection. ਉਹ ਆਂਦੇ ਵੀ ਜਿੱਥੇ ਜ਼ਿਆਦਾ population density ਹੁੰਦੀ ਹੈ ਉੱਥੇ ਬਹੁਤ ਕੰਪਲੈਕਸ ਲੈਵਲ ਦਾ ਸੀਵਰ ਕਨੈਕਸ਼ਨ ਐਂਡ ਕਨਵੀਨੀਅੰਸ ਸਿਸਟਮ ਚਾਹੀਦਾ ਹੁੰਦਾ ਉੱਥੋਂ ਦੀ ਸੈਨੀਟਰੀ ਕੰਡੀਸ਼ਨਸ ਨੂੰ ਮੇਨਟੇਨ ਕਰਨ ਵਾਸਤੇ। ਉਸ ਤੋਂ ਬਾਅਦ ਉਹਨਾਂ ਨੇ ਐਕਸਪਲੇਨ ਕੀਤਾ ਇਹਨੂੰ ਇੱਕ ਐਗਜ਼ਾਮਪਲ ਲਈ ਆ ਏਂਸ਼ੀਅੰਟ ਸਿਟੀਜ਼ ਆਫ ਹਰੱਪਾ ਐਂਡ ਮੋਹਨਜੋਦੜੋ ਆਫ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਕੰਸਟਰਕਟਡ ਕੰਪਲੈਕਸ ਨੈਟਵਰਕ ਆਫ ਬ੍ਰਿਕਸ। ਉਸ ਤੋਂ ਬਾਅਦ ਉਸੇ ਚੀਜ਼ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਦੀ ਅਰਬਨ ਏਰੀਆ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਪ੍ਰੋਵਾਈਡ ਪਬਲਿਕ ਐਂਡ ਪ੍ਰਾਈਵੇਟ ਦੇ baths sewage was disposed through underground drains built with precise lid। ਉਸ ਤੋਂ ਬਾਅਦ ਉਹਨਾਂ ਨੇ ਉਹ ਸਾਰਾ ਪ੍ਰੋਸੈਸ ਦੱਸਿਆ ਵੀ ਕਿਵੇਂ ਇਹਨਾਂ ਸਿਟੀਜ਼ ਦੇ ਵਿੱਚ ਸੈਨੀਟਰੀ ਸਿਸਟਮ ਵਰਕ ਕਰਦਾ ਸੀਗਾ। ਸੋ ਇਹਦੇ ਵਿੱਚ ਬੇਸਿਕਲੀ ਗੱਲ ਹੋਈ ਆ ਵੀ ਵੱਡੀਆਂ ਜਿੱਥੇ ਪੋਪੂਲੇਸ਼ਨ ਡੈਂਸਿਟੀ ਬਹੁਤ ਜ਼ਿਆਦਾ ਹੁੰਦੀ ਆ ਉੱਥੋਂ ਦਾ ਸੀਵੇਜ ਕਨੈਕਸ਼ਨ ਥੋੜ੍ਹਾ ਸਾ ਵੱਡੇ ਲੈਵਲ ਦਾ ਹੁੰਦਾ ਗਾ, ਯਾਨੀ ਕਿ ਉਹ ਕੰਪਲੈਕਸ ਹੁੰਦਾ ਗਾ। So we have the options available in front of us. So let's mark the correct answer. We have to read from the option number 1 and move on to the next one if that is not the answer of the first question. So poor sanitation a cause of health problem. So ਇਸ ਪੈਰਾਗ੍ਰਾਫ ਦੇ ਵਿੱਚ ਉਹਨਾਂ ਨੇ ਸੈਨੀਟਰੀ ਸਿਸਟਮ ਨੂੰ ਐਕਸਪਲੇਨ ਕੀਤਾ ਸੀ ਵੱਡੀਆਂ ਸਿਟੀਜ਼ ਦੇ ਵਿੱਚ, ਪਰ ਉਹਦੇ ਵਿੱਚ ਕੋਈ ਹੈਲਥ ਪ੍ਰੋਬਲਮ ਵੀ ਨਹੀਂ ਇਸ਼ੂ ਦਾ ਦੱਸਿਆ ਗਿਆ, ਨਾ ਹੀ ਕੋਈ ਉੱਥੇ ਪੂਅਰ ਸੈਨੀਟੇਸ਼ਨ ਸੀਗੀ। ਦੂਸਰੀ ਆਪਸ਼ਨ ਹੈਗੀ ਦਾ ਫਸਟ ਫਲਸ਼ ਟੋਇਲਟ। ਸੋ ਇਹਦੇ ਵਿੱਚ ਉਹਨਾਂ ਨੇ ਸੈਨੀਟਰੀ ਸਿਸਟਮ ਨੂੰ ਐਕਸਪਲੇਨ ਕੀਤਾ। ਸੋ ਫਲਸ਼ ਟੋਇਲਟ ਫਸਟ ਦਾ ਇੰਟਰੋਡਿਊਸ ਹੋਈ ਨਹੀਂ ਹੋਈ, ਉਹਦੀ ਕੋਈ ਗੱਲ ਹੈ ਹੀ ਨਹੀਂ ਸੀਗੀ। ਵੁਡਨ ਸੀਵੇਜ ਪਾਈਪਸ ਨਹੀਂ, ਉਹਨਾਂ ਨੇ ਬ੍ਰਿਕਸ ਨਾਲ ਬਣਿਆ ਹੋਇਆ ਸੀਗਾ ਸਿਸਟਮ, ਉਹ ਇਹਦੀ ਵੀ ਗੱਲ ਨਹੀਂ ਹੋਈ। ਸੋ ਇਹ ਵੀ ਨਹੀਂ ਇਹਦੇ ਨਾਲ ਰੈਲੇਵੈਂਟ। ਦ ਬਰਥ ਆਫ ਸੈਨੀਟੇਸ਼ਨ ਦੀ ਵੀ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਏ ਦਾ ਆਨਸਰ ਹੈਗਾ ਗਾ। ਸੋ ਉਸ ਤੋਂ ਬਾਅਦ ਅ ਨਿਊ ਇਨਵੈਂਸ਼ਨ ਨਾਟ ਵਾਈਡਲੀ ਇੰਪਲੀਮੈਂਟਡ, ਇਹਦੇ ਵਿੱਚ ਕੋਈ ਇਨਵੈਂਸ਼ਨ ਨਹੀਂ ਹੋਈ ਸੀ, ਉਹਨਾਂ ਨੇ ਇੱਕ ਐਕਸਪਲੇਨ ਕੀਤਾ ਸੀ ਸਿਸਟਮ ਨੂੰ। ਅਮਰੀਕਾ ਦਾ ਤਾਂ ਕੋਈ ਮੈਂਸ਼ਨ ਹੀ ਨਹੀਂ ਹੋਇਆ, ਹੋ ਹੀ ਨਹੀਂ ਸਕਦਾ। ਇੰਪੈਕਟ ਆਫ ਵੇਸਟ ਵਾਟਰ ਟਰੀਟਮੈਂਟ, ਇਹਦੇ ਵਿੱਚ ਵਾਟਰ ਟਰੀਟਮੈਂਟ ਸਿਸਟਮ ਦਾ ਤਾਂ ਕੋਈ ਗੱਲ ਹੀ ਨਹੀਂ ਸੀ, ਉਹਨਾਂ ਨੇ ਇੱਕ ਐਕਸਪਲੇਨ ਕੀਤਾ ਸੀ। ਦ ਨੀਡ ਫॉर ਇੰਕਰੀਜ਼ਿੰਗਲੀ ਸੋਫਿਸਟੀਕੇਟਡ ਸਿਸਟਮ, ਸੋ ਇਹਦੀ ਗੱਲ ਉਹਨਾਂ ਨੇ ਐਗਜ਼ੈਕਟਲੀ ਇਹਦੇ ਵਿੱਚ ਕੀਤੀ ਸੀਗੀ। ਸਫਿਸਟੀਕੇਟਡ ਸਿਸਟਮ ਯਾਨੀ ਕਿ ਕੰਪਲੈਕਸ ਸਿਸਟਮ, ਐਂਡ ਨੀਡ ਯਾਨੀ ਕਿ ਉਹ ਸ਼ੁਰੂ ਤੋਂ ਵਿੱਚ ਪਹਿਲੀਆਂ 2-3 ਲਾਈਨਸ ਦੇ ਵਿੱਚ ਇਸ ਚੀਜ਼ ਨੂੰ ਐਕਸਪਲੇਨ ਕੀਤਾ ਗਿਆ। ਵੇਖੋ ਹਾਇਰ ਪਾਪੂਲੇਸ਼ਨ ਡੈਂਸਿਟੀਜ਼ ਰਿਕੁਆਇਰ ਮੋਰ ਕੰਪਲੈਕਸ ਸੀਵਰਸ ਕਨੈਕਸ਼ਨ, ਉਹ ਆਂਦੇ ਵੀ ਜਿੱਥੇ ਜ਼ਿਆਦਾ ਪਾਪੂਲੇਸ਼ਨ ਡੈਂਸਿਟੀ ਹੁੰਦੀ ਹੈ ਉੱਥੇ ਬਹੁਤ ਹੀ ਕੰਪਲੈਕਸ ਲੈਵਲ ਦਾ ਸੀਵਰੇਜ ਕਨੈਕਸ਼ਨ ਚਾਹੀਦਾ। ਸੋ ਐਗਜ਼ੈਕਟਲੀ ਸੇਮ ਚੀਜ਼ ਉਹਨਾਂ ਨੇ ਇੱਥੇ ਆਪਸ਼ਨ ਦੇ ਵਿੱਚ ਅਵੇਲੇਬਲ ਕੀਤੀ ਆ। ਦ ਨੀਡ ਫॉर ਇੰਕਰੀਜ਼ਿੰਗਲੀ ਸਫਿਸਟੀਕੇਟਡ ਸਿਸਟਮ, ਯਾਨੀ ਕਿ ਉੱਥੇ ਉਹਨਾਂ ਨੇ ਕਿਹਾ ਹਾਇਰ ਪਾਪੂਲੇਸ਼ਨ ਉਹਦੇ ਨੂੰ ਨੀਡ ਹੈਗੀ, ਇੱਥੇ ਉਹਨਾਂ ਨੇ ਦ ਨੀਡ ਫॉर ਇੰਕਰੀਜ਼ਿੰਗਲੀ ਸਫਿਸਟੀਕੇਟਡ ਸਿਸਟਮ। ਸੋ 8th ਇਜ਼ ਦਾ ਆਨਸਰ ਆਫ ਬੀ ਪੈਰਾਗ੍ਰਾਫ। ਸੋ ਐਗਜ਼ੈਕਟਲੀ ਆਪਸ਼ਨਸ ਦੇ ਵਿੱਚ ਵੀ ਆਪਣਾ ਆਨਸਰ ਕਰੈਕਟ ਆ। ਮੂਵਿੰਗ ਔਨ ਟੂ ਦਾ ਸੀ ਪੈਰਾਗ੍ਰਾਫ। ਸੋ ਸੀ ਪੈਰਾਗ੍ਰਾਫ ਹੈਗਾ ਰੋਮਨ ਟਾਊਨਸ ਐਂਡ garrisons in the United Kingdom between 46 BC and 400 AD had complex sewerage networks, sometimes constructed out of hollow out elm logs ਦਾ ਮਤਲਬ ਜਿਹੜੀਆਂ ਆਪਣੇ ਲੱਕੜ ਹੁੰਦੀ ਨਾ ਕੱਟੀ ਵੀ ਲੱਕੜ ਨੂੰ ਆਂਦੇ logs, which were shaped so that they butted together with the downstream pipe providing a socket for the upstream pipe। ਉਹ ਆਂਦੇ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਸ਼ੇਪ ਦਿੱਤੀ ਜਾਂਦੀ ਸੀ ਜਿਹਦੇ ਵਿੱਚ ਉਹ ਇੱਕ ਦੂਸਰੇ ਨਾਲ ਫਿੱਟ ਹੋ ਸਕਦੇ ਸੀਗੇ, ਜਿਹਦੇ ਨਾਲ ਅਪਸਟਰੀਮ ਅਤੇ ਡਾਊਨਸਟਰੀਮ ਕਨੈਕਸ਼ਨ ਫਿੱਟ ਹੋ ਸਕਦਾ ਸੀ। ਸੋ ਉਹਨਾਂ ਨੇ ਇਹਦੇ ਵਿੱਚ ਦੱਸਿਆ ਹੈ ਵੀ ਕਿਵੇਂ ਉਹ ਲੱਕੜ ਦਾ ਯੂਜ਼ ਕਰਦੇ ਸੀ ਆਪਦੀ ਸੈਨੀਟਰੀ ਸਿਸਟਮ ਦੇ ਵਿੱਚ। ਸੋ ਲੈਟਸ ਲੁੱਕ ਫॉर ਦਾ ਆਪਸ਼ਨਸ। 4th ਐਂਡ 8th ਦਾ ਆਪਣਾ ਆਨਸਰ ਮਾਰਕ ਹੋ ਚੁੱਕਿਆ। ਸੋ ਉਹਦੇ ਵਿੱਚੋਂ ਆਪਣਾ ਆਨਸਰ ਮਿਲ ਨਹੀਂ ਸਕਦਾ, ਆਪਾਂ ਦੂਸਰਿਆਂ ਨੂੰ ਚੈੱਕ ਕਰਨਾ ਗਾ। ਪੂਅਰ ਸੈਨੀਟੇਸ਼ਨ ਸਿਸਟਮ ਕੋਈ ਵੀ ਮੈਂਸ਼ਨ ਨਹੀਂ ਹੋਇਆ ਹੈਗਾ। ਦ ਫਸਟ ਫਲਸ਼ ਟੋਇਲਟ ਦੇ ਬਾਰੇ ਤਾਂ ਕੋਈ ਗੱਲ ਨਹੀਂ ਹੋਏਗੀ।
ਵੁਡਨ ਵੇਖੋ ਉੱਥੇ ਲੌਕਸ ਆ, ਲੌਕਸ ਲੱਕੜ ਨੂੰ ਹੀ ਆਉਂਦੇ ਹੈਗੇ, ਅਤੇ ਵੁਡਨ ਲੱਕੜ ਹੁੰਦੀ ਹੈਗੀ ਸੀਵੇਜ ਪਾਈਪਸ। ਉਹ ਵੀ ਉਹਨਾਂ ਨੇ ਆਖਿਆ ਵੀ ਅਪਸਟਰੀਮ ਅਤੇ ਡਾਊਨਸਟਰੀਮ ਲਿਜਾਣ ਵਾਸਤੇ ਉਹਦੇ ਵਿੱਚ ਉਹਨਾਂ ਨੇ ਸੌਕਟ ਫਿੱਟ ਹੋ ਜਾਂਦੇ ਹੈਗੇ, ਐਂਡ ਉਸ ਚੀਜ਼ ਨੂੰ ਐਕਸਪਲੇਨ ਕੀਤਾ ਹੋਇਆ। ਸੋ ਥਰਡ ਇਜ਼ ਦਾ ਆਨਸਰ ਆਫ ਪੈਰਾਗ੍ਰਾਫ ਨੰਬਰ ਸੀ। ਸੋ ਐਗਜ਼ੈਕਟਲੀ ਇੱਥੇ ਵੀ ਕਰੈਕਟਲੀ ਮੈਨਸ਼ਨ ਕੀਤਾ ਹੋਇਆ, ਥਰਡ ਆਨਸਰ ਹੈਗਾ ਗਾ ਸੀ, ਯਾਨੀ ਕਿ ਦੂਸਰੇ ਦਾ। So moving on to the D paragraph. In some cities including Rome, Istanbul and Fustat, networked ancient sewerage system continue to function today as a collection system for those city। ਉਹ ਆਂਦੇ ਵੀ ਜਿਹੜੇ ਪੁਰਾਣੇ ਸਮੇਂ ਦਾ ਸਿਸਟਮ ਸੀ ਸੀਵਰੇਜ ਦਾ, ਉਹ ਅੱਜ ਵੀ ਉੱਥੇ ਫੰਕਸ਼ਨ ਕਰਦਾ ਗਾ, ਮੋਡਰਨਾਈਜ਼ ਸੀਵਰੇਜ ਸਿਸਟਮ। Instead of flowing to river or the sea, the pipes have rerouted to modern sewerage treatment facility। ਉਹ ਆਂਦੇ ਵੀ ਪਹਿਲਾਂ ਵਾਲੇ ਸਮੇਂ ਏਂਸ਼ੀਅੰਟ ਜਿਹੜਾ ਤਰੀਕਾ ਸੀ ਉਹਦੇ ਵਿੱਚ ਤਾਂ ਉਹ ਰਿਵਰਸ ਦੇ ਵਿੱਚ ਸੁੱਟ ਦਿੰਦੇ ਸੀ ਸੀਵਰੇਜ ਨੂੰ, ਪਰ ਹੁਣ ਉਹ ਉਹਨਾਂ ਨੇ ਰੀਰੂਟ ਕਰਕੇ ਮਾਡਰਨ ਸੀਵਰੇਜ ਫੈਸਿਲਿਟੀ ਦੇ ਵਿੱਚ ਉਸ ਚੀਜ਼ ਨੂੰ ਪਹੁੰਚਾ ਦਿੱਤਾ ਹੈ। ਸੋ ਇਹਦੇ ਵਿੱਚ ਉਹਨਾਂ ਨੇ ਏਂਸ਼ੀਅੰਟ ਦਾ ਯੂਜ਼ ਕੀਤਾ ਮਾਡਰਨਿਟੀ ਦੇ ਨਾਲ। ਸੋ ਇਹਦੇ ਵਿੱਚ ਇਹ ਮੈਨਸ਼ਨ ਆ। ਲੈਟਸ ਲੁੱਕ ਫॉर ਦਾ ਆਪਸ਼ਨਸ। ਸੋ ਪਹਿਲਾ ਪੂਅਰ ਸੈਨੀਟੇਸ਼ਨ, ਹੈਲਥ ਪ੍ਰੋਬਲਮ ਕੋਈ ਵੀ ਇਹਦੇ ਵਿੱਚ ਨਹੀਂ ਦੱਸੀ। ਫਸਟ ਫਲਸ਼ ਟੋਇਲਟ ਨਹੀਂ, ਵੁਡਨ ਵਾਲਾ ਤਾਂ ਹੋ ਗਿਆ। ਦ ਬਰਥ ਆਫ ਸੈਨੀਟੇਸ਼ਨ ਨਹੀਂ। ਅ ਨਿਊ ਇਨਵੈਂਸ਼ਨ ਨਾਟ ਵਾਈਡਲੀ ਇੰਪਲੀਮੈਂਟਡ, ਇਹਦੇ ਵੀ ਕੋਈ ਮੈਂਸ਼ਨ ਨਹੀਂ ਹੋਇਆ। ਅਮੈਰੀਕਾ ਦਾ ਤਾਂ ਕੋਈ ਨਾਮ ਹੀ ਨਹੀਂ ਆਇਆ। ਦ ਇੰਪੈਕਟ ਆਫ ਵੇਸਟ ਵਾਟਰ ਟਰੀਟਮੈਂਟ ਨੋ ਮੈਂਸ਼ਨ। ਦ ਨੀਡ ਫॉर ਇੰਕਰੀਜ਼ਿੰਗਲੀ ਸਫਿਸਟੀਕੇਟਡ, ਇਹ ਤਾਂ ਆਪਸ਼ਨ ਹੋ ਚੁੱਕਿਆ। ਵਾਈ ਪਾਪੂਲੇਸ਼ਨ ਗਰੂ ਐਂਡ ਏਂਸ਼ੀਅੰਟ ਸੀਵਰੇਜ ਅਪਡੇਟਡ ਟੂ ਮਾਡਰਨ ਯੂਜ਼। ਵੇਖੋ ਉਹਨਾਂ ਨੇ ਏਂਸ਼ੀਅੰਟ ਸੀਵਰੇਜ ਸਿਸਟਮ ਨੂੰ ਯੂਜ਼ ਕੀਤਾ, ਪਰ ਉਹਨੂੰ ਅਪਡੇਟ ਕੀਤਾ ਕਿਉਂਕਿ ਪਹਿਲਾਂ ਉਹ ਰਿਵਰਸ ਦੇ ਵਿੱਚ ਸੁੱਟਦੇ ਸੀਗੇ, ਪਰ ਹੁਣ ਉਹਨਾਂ ਨੇ ਉਸ ਚੀਜ਼ ਨੂੰ ਰੀਰੂਟ ਕਰਕੇ ਆਪਣਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਵਿੱਚ ਲੈ ਆਂਦਾ ਗਾ। ਸੋ ਇਹ ਇਹਦਾ ਐਗਜ਼ੈਕਟ ਆਨਸਰ ਹੈਗਾ ਗਾ। ਸੋ ਐਗਜ਼ੈਕਟਲੀ ਇੱਥੇ ਵੀ ਦੱਸਿਆ ਹੋਇਆ ਗਾ ਵੀ ਐਕਸ ਇਜ਼ ਦਾ ਆਨਸਰ ਆਫ ਥਰਡ ਪੈਰਾਗ੍ਰਾਫ ਵਿਚ ਇਜ਼ ਡੀ। So moving on to the E paragraph, basic sewage system remained in place with little positive change until the 16th century when Sir John Houghton invented the first flush toilet as a device for Queen Elizabeth I, his grandmother, that released waste into cesspools. Despite this innovation, ਭਾਵੇਂ ਕਿ ਇਹ ਇਨੋਵੇਸ਼ਨ ਹੋਈ ਸੀਗੀ, ਯਾਨੀ ਕਿ ਉਹਨੇ ਫਲਸ਼ ਟੋਇਲਟਸ ਬਣਾਈਆਂ, ਡਿਸਪਾਈਟ ਉਸ ਇਹ ਇਨੋਵੇਸ਼ਨ most cities did not have a functioning sewerage system before the industrial area। ਭਾਵੇਂ ਕਿ ਉਹਨੇ ਇਹ ਇਨੋਵੇਸ਼ਨ ਬਹੁਤ ਪਹਿਲਾਂ ਕਰ ਦਿੱਤੀ ਸੀ, ਪਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਸੀਗਾ ਇੰਡਸਟਰੀਅਲ ਏਰੀਏ ਤੋਂ ਬਾਅਦ ਪਹਿਲਾਂ। relying instead on nearby rivers or occasional rainwater showers to wash away the sewage from the streets। ਸੋ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਉਹ ਮੀਂਹ ਦੇ ਉੱਤੇ ਰਿਲਾਈ ਕਰਦੇ ਸੀ, ਸੀਵਰੇਜ ਨੂੰ ਸਾਫ਼ ਹੋਣ ਦੇ ਵਿੱਚ ਮਦਦ ਕਰਦਾ ਸੀ ਮੀਂਹ ਦਾ ਪਾਣੀ। ਲੈਟਸ ਲੁੱਕ ਫॉर ਦਾ ਆਪਸ਼ਨਸ। ਸੋ ਇਹਦੇ ਵਿੱਚ ਕੋਈ ਹੈਲਥ ਪ੍ਰੋਬਲਮ ਦੀ ਕੋਈ ਦੱਸਿਆ ਨਹੀਂ ਹੋਇਆ, ਸੋ ਇਹ ਤਾਂ ਹੋ ਹੀ ਨਹੀਂ ਸਕਦਾ ਗਾ। ਫਸਟ ਫਲਸ਼ ਟੋਇਲਟ, ਇਹ ਵੇਖੋ ਇਹ ਆਪਾਂ ਨੂੰ ਨਾ ਇੱਕ ਟਰੈਪ ਹੈਗਾ ਵੀ ਫਲਸ਼ ਟੋਇਲਟ ਉਹਦੇ ਵਿੱਚ ਉਹਨੇ ਦੱਸਿਆ ਹੋਇਆ ਗਾ, ਪਰ ਉਹਨੇ ਇੰਟਰੋਡਿਊਸ ਕੀਤਾ ਗਾ ਉਹਦੇ ਵਿੱਚ ਉਹਨੇ ਇਹ ਤਾਂ ਨਹੀਂ ਦੱਸਿਆ ਵੀ ਫਸਟ ਫਲਸ਼ ਟੋਇਲਟ ਦੇ ਨਾਲ ਵੀ ਉਹ ਪੂਰਾ ਪੈਰਾਗ੍ਰਾਫ ਉਹਦੇ ਉੱਤੇ ਬੇਸਡ ਨਹੀਂ ਗਾ। ਸੋ ਇਹ ਆਪਣਾ ਟਰੈਪ ਆ, ਇਸ ਤੋਂ ਆਪਾਂ ਬਚਣਾ ਗਾ। ਵੁਡਨ ਸੀਵੇਜ ਪਾਈਪਸ ਉਹ ਹੋ ਗਿਆ ਗਾ। ਦ ਬਰਥ ਆਫ ਸੈਨੀਟੇਸ਼ਨ ਨਹੀਂ। ਅ ਨਿਊ ਇਨਵੈਂਸ਼ਨ ਨਾਟ ਵਾਈਡਲੀ ਇੰਪਲੀਮੈਂਟਡ, ਸੋ ਇਹ ਹੈ ਦਾ ਆਪਸ਼ਨ। ਵੇਖੋ ਅ ਨਿਊ ਇਨਵੈਂਸ਼ਨ ਕੀ ਸੀਗੀ, ਫਲਸ਼ ਟੋਇਲਟ ਇੱਕ ਨਿਊ ਇਨਵੈਂਸ਼ਨ ਆ, ਪਰ ਵਾਈਡਲੀ ਪੋਪੂਲਰ ਨਹੀਂ ਹੋਈ ਕਿਉਂਕਿ ਉਹਨਾਂ ਨੇ ਆਖਿਆ ਨਾ ਵੀ ਇੰਡਸਟਰੀਅਲ ਏਰੀਏ ਤੋਂ ਪਹਿਲਾਂ ਉਹ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਹੀਂ ਸੀਗਾ। ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ, ਕਿਉਂਕਿ ਵੇਖੋ ਫਸਟ ਫਲਸ਼ ਟੋਇਲਟ ਦਾ ਉਹਨਾਂ ਨੇ ਮੈਂਸ਼ਨ ਕੀਤਾ ਗਾ, ਪਰ ਉਹ ਇੱਕ ਲਾਈਨ ਦੇ ਵਿੱਚ ਮੈਂਸ਼ਨ ਕੀਤਾ, ਪਰ ਉਸ ਤੋਂ ਵੱਡੀ ਗੱਲ ਜਿਹੜਾ ਮੇਨ ਆਈਡੀਆ ਵਿੱਚ ਹੈਗਾ ਵੀ ਉਹਦੀ ਇਨਵੈਂਸ਼ਨ ਬਹੁਤ ਜ਼ਿਆਦਾ ਪੋਪੂਲਰ ਨਹੀਂ ਹੋਈ। ਸੋ ਇਹ ਇਹਦਾ ਆਨਸਰ ਹੈਗਾ ਗਾ। ਸੋ ਐਗਜ਼ੈਕਟਲੀ ਫੋਰਥ ਦਾ ਆਨਸਰ ਹੈਗਾ ਗਾ 5। ਲੈਟਸ ਮੂਵ ਔਨ ਟੂ ਦਾ ਨੈਕਸਟ ਪੈਰਾਗ੍ਰਾਫ ਵਿਚ ਇਜ਼ F। The prevailing system was sufficient for the need of early cities with few occupants, but the tremendous growth for cities during the Industrial Revolution quickly led to terrible overpopulated streets, which acted as constant source of outbreak of disease। ਸੋ ਵੇਖੋ ਇਹਦੇ ਵਿੱਚ ਡਿਜ਼ੀਜ਼ ਦੀ ਗੱਲ ਹੋਈ ਹੈ ਨਾ, ਸੋ ਆਪਣੀ ਪਹਿਲੀ ਆਪਸ਼ਨ ਦੇ ਵਿੱਚ ਵੀ ਡਿਜ਼ੀਜ਼। ਸੋ ਇੱਕ ਦੋ ਵਰਡਸ ਜਾਂ ਇੱਕ ਦੋ ਸੈਂਟੈਂਸ ਹੀ ਪੂਰਾ ਜਿਹੜਾ ਹੈਗਾ ਨਾ ਉਹਦਾ ਡਰਾਈਵ ਕਰਦੇ ਹੁੰਦੇ ਆ ਵੀ ਪੈਰਾਗ੍ਰਾਫ ਕਿਸ ਚੀਜ਼ ਦੇ ਬਾਰੇ ਆ। ਐਜ਼ ਰੀਸੈਂਟਲੀ ਇਨ 19th century sewage system in some part of the highly industrial United Kingdom was so inadequate that waterborne disease such as ਉਸ ਤੋਂ ਬਾਅਦ ਡਿਜ਼ੀਜ਼ ਦਾ ਨਾਮ ਦੱਸਿਆ ਹੋਇਆ। ਇਹ ਸਾਰਾ ਪੈਰਾਗ੍ਰਾਫ ਵੇਖੋ ਡਿਜ਼ੀਜ਼ ਦੇ ਉੱਤੇ ਹੀ ਆ। ਉਸ ਤੋਂ ਬਾਅਦ ਐਂਡ 'ਤੇ ਉਹਨਾਂ ਨੇ ਦੱਸਿਆ ਵੀ ਪਾਣੀ ਨਾਲ ਪੈਦਾ ਹੋਣ ਵਾਲੀਆਂ ਡਿਜ਼ੀਜ਼ ਦਾ ਨਾਮ ਦੱਸਿਆ ਹੋਇਆ ਗਾ। ਐਂਡ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਦੱਸਿਆ ਵੀ
ਕਿਉਂਕਿ ਜਦੋਂ ਛੋਟੇ ਲੈਵਲ ਦੇ ਉੱਤੇ ਸ਼ਹਿਰ ਹੁੰਦੇ ਸੀ ਉਹਦੇ ਵਿੱਚ ਤਾਂ ਸੀਵਰੇਜ ਸਿਸਟਮ ਦਾ ਪਹਿਲਾਂ ਵਾਲਾ ਚੱਲ ਜਾਂਦਾ ਸੀਗਾ, ਪਰ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਈ ਉਹਦੇ ਨਾਲ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਵਸਣ ਲੱਗ ਗਏ, ਉਹਦੇ ਨਾਲ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਐਂਡ ਜਿਹਦੇ ਨਾਲ ਸੀਵਰੇਜ ਸਿਸਟਮ ਸੈਨੀਟੇਸ਼ਨ ਸਿਸਟਮ ਬਹੁਤ ਹੀ ਮਾੜਾ ਹੋ ਗਿਆ ਸੀ, ਜਿਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣ ਲੱਗ ਗਈਆਂ। ਜਸਟ ਆਪਾਂ ਆਪਣੀ ਮਦਰ ਟੰਗ ਦੇ ਵਿੱਚ ਇਹਨੂੰ ਕਨਵਰਟ ਕਰਾਂਗੇ ਨਾ, ਵੀ ਵਿਲ ਬੀ ਏਬਲ ਟੂ ਡੂ ਇਟ। ਸੋ ਦੇਖੋ ਪਹਿਲਾ ਆਪਸ਼ਨ ਹੀ ਆ ਪੂਅਰ ਸੈਨੀਟੇਸ਼ਨ ਸੀ, ਕਿਉਂਕਿ ਉੱਥੇ ਰੈਪਿਡ ਗਰੋਥ ਹੋ ਗਈ ਸੀਗੀ, ਅਰਬਨਾਈਜੇਸ਼ਨ ਹੋ ਗਈ ਸੀ ਐਂਡ ਉੱਥੇ ਬਹੁਤ ਲੋਕ ਆਉਣ ਲੱਗ ਗਏ ਕਾਜ਼ ਆਫ ਹੈਲਥ ਪ੍ਰੋਬਲਮ, ਉਹਦੇ ਨਾਲ ਉੱਥੇ ਸੈਨੀਟੇਸ਼ਨ ਹੈ ਨਹੀਂ ਸੀ ਇੰਨੀਆਂ, ਉਹਦੇ ਕਰਕੇ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਗਈਆਂ। ਸੋ ਐਗਜ਼ੈਕਟਲੀ ਇੱਥੇ ਆਪਸ਼ਨ ਹੈਗਾ ਗਾ ਨੰਬਰ 1, 5th ਦਾ ਆਨਸਰ ਹੈਗਾ ਨੰਬਰ 1। ਸੋ ਐਗਜ਼ੈਕਟਲੀ